ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਆਪਣਾ ਯੂਨਿਟ 2 11th ਦੇ ਕੁਐਸਚਨ ਆਨਸਰ ਡਿਸਕਸ ਕਰ ਰਹੇ ਹਾਂ ਆਪਾਂ। ਸੋ ਇੱਕ ਬੋਡੀ ਜਿਹਦੀ ਕਿ ਵੈਲੋਸਿਟੀ 0 ਹੈਗੀ ਆ। ਸੋ ਇਫ ਦੇਰ ਇਜ਼ ਅ ਬੋਡੀ ਵਿਚ ਹੈਜ਼ 0 ਵੈਲੋਸਿਟੀ, can it be accelerated? 0 velocity, can it be accelerated? So a body which is having 0 velocity and still has acceleration, give example. Can a body have uniform speed but still have acceleration? give example. So ਜਿੱਦਾਂ ਮਰਜ਼ੀ ਪੁੱਛਿਆ ਜਾ ਸਕਦਾ। ਮਤਲਬ ਇਹ ਹੈ ਕਿ ਇੱਕ ਬੋਡੀ ਆ, ਉਹਦੀ ਜਿਹੜੀ ਵੈਲੋਸਿਟੀ ਆ ਉਹ 0 ਆ, ਪਰ ਕੀ ਉਹਦੀ ਐਕਸਲਰੇਸ਼ਨ ਵੀ 0 ਹੋਊਗੀ? ਸੋ ਹਮੇਸ਼ਾ ਹੀ ਇੱਦਾਂ ਸੱਚ ਆ ਇਹ ਐਕਸਲਰੇਸ਼ਨ। ਸੋ ਅਸੀਂ ਇੱਕ ਬੋਡੀ ਨੂੰ ਉੱਪਰ ਸੁੱਟਿਆ, ਜ਼ਮੀਨ ਤੋਂ ਉੱਪਰ ਅਸਮਾਨ ਵੱਲ ਨੂੰ ਸੁੱਟਿਆ। ਸੋ ਇੱਥੇ ਇਹ ਕਿੰਨੀ ਕੁ ਉੱਪਰ ਜਾਊਗੀ? ਜਿੰਨੀ ਵੀ ਉੱਪਰ ਜਾਊਗੀ ਉੱਥੇ ਜਾ ਕੇ ਫਿਰ ਇਹ ਵਾਪਸ ਆਏਗੀ, ਇਟ ਵਿਲ ਕਮ ਬੈਕ। ਆਹ ਵਾਲੀ ਜਿਹੜੀ ਜਗ੍ਹਾ ਆ ਜਿੱਥੇ ਬੋਡੀ ਰੁਕੂਗੀ, ਜਿੱਦਾਂ ਹੀ ਅਸੀਂ ਚੀਜ਼ ਨੂੰ ਉੱਪਰ ਸੁੱਟਾਂਗੇ ਇਹਦੀ ਸਪੀਡ ਘੱਟਦੀ ਜਾਊ, ਵੈਲੋਸਿਟੀ ਘੱਟਦੀ ਜਾਊ, ਫਿਰ ਇਹ ਰੁਕ ਜਾਊ। ਜਦੋਂ ਇਹ ਰੁਕ ਜਾਊ ਫਿਰ ਇਹ ਵਾਪਸ ਡਿੱਗਣੀ ਸ਼ੁਰੂ ਹੋਊਗੀ, ਕਿਉਂਕਿ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਆ। ਇਹਦਾ ਮਤਲਬ ਆਹ ਵਾਲੀ ਜਗ੍ਹਾ 'ਤੇ ਇਹਦੀ ਵੈਲੋਸਿਟੀ 0 ਹੋ ਗਈ, ਪਰ ਕੀ ਅਰਥ ਨੇ ਆਪਣੀ ਜਿਹੜੀ ਖਿੱਚ ਆ ਉਹ ਬੰਦ ਕਰਤੀ? ਨਹੀਂ ਕੀਤੀ। ਸੋ ਅਰਥ ਦੀ ਜਿਹੜੀ ਗ੍ਰੈਵਿਟੀ ਆ, ਗੁਰਤਾਕਰਸ਼ਣੀ ਪ੍ਰਵੇਗ ਆ, ਉਹ ਖਤਮ ਨਹੀਂ ਹੋਇਆ। ਇਸ ਕਰਕੇ 0 ਵੈਲੋਸਿਟੀ ਹੋਣ 'ਤੇ ਐਕਸਲਰੇਸ਼ਨ ਹੋ ਸਕਦਾ ਆ। For example, when we throw a body vertically upward, then at the highest point, ਸਭ ਤੋਂ ਉੱਚਾ ਬਿੰਦੂ ਜਿੱਥੇ ਉਹ ਬੋਡੀ ਪਹੁੰਚੀ ਤੇ ਉਹਦੀ ਵੈਲੋਸਿਟੀ 0 ਹੋਣੀ ਆ, and its acceleration is still same, equal to 9.8 meter per second square. So when a body is thrown vertically upward, then at the highest point velocity is 0, but acceleration is equal to acceleration due to gravity. So ਉਦੋਂ ਇਹਦੀ acceleration ਹੈਗੀ ਆ। So is it possible that displacement of a moving particle is 0 but not distance? ਵੀ ਉਹਦਾ ਡਿਸਪਲੇਸਮੈਂਟ ਤਾਂ 0 ਹੋ ਜਾਵੇ ਪਰ ਉਹਦੀ ਦੂਰੀ 0 ਨਾ ਹੋਵੇ। ਸੋ ਨੈਚੁਰਲ ਆਪਾਂ ਇਹ ਗੱਲ ਅੱਗੇ ਕਰ ਚੁੱਕੇ ਹਾਂ ਵੀ ਜਦੋਂ ਇੱਕ ਬੋਡੀ ਸਰਕਲ ਦੇ ਵਿੱਚ ਘੁੰਮਦੀ ਆ ਤਾਂ ਉਹ ਆਪਣੇ ਬਿੰਦੂ ਤੋਂ ਜਿੱਥੇ ਚੱਲੀ ਜੇ ਉੱਥੇ ਹੀ ਦੁਬਾਰਾ ਪਹੁੰਚ ਜਾਂਦੀ ਆ ਤਾਂ ਡਿਸਪਲੇਸਮੈਂਟ 0 ਹੁੰਦਾ ਵਾ, ਪਰ ਜਿਹੜੀ ਡਿਸਟੈਂਸ ਆ ਉਹ 0 ਨਹੀਂ ਹੁੰਦੀ। So when a body moves in a circle and complete the revolution, then displacement is 0 but distance is not 0. Is it possible that velocity of an object is in a direction other than the direction of acceleration? ਕਿ ਡਾਇਰੈਕਸ਼ਨ ਜਿਹੜੀ ਆ, ਹੁਣ ਆਹੀ ਵਾਲੀ ਐਗਜ਼ਾਮਪਲ, ਇੱਥੇ ਐਕਸਲਰੇਸ਼ਨ ਹਮੇਸ਼ਾ ਥੱਲੇ ਨੂੰ ਆ ਅਤੇ ਵੈਲੋਸਿਟੀ ਜਿਹੜੀ ਆ ਉੱਪਰ ਨੂੰ ਆ। ਆਪਾਂ ਚੀਜ਼ ਉੱਪਰ ਸੁੱਟੀ, ਐਕਸਲਰੇਸ਼ਨ ਥੱਲੇ ਨੂੰ ਆ, ਐਕਸਲਰੇਸ਼ਨ ਥੱਲੇ ਨੂੰ ਆ, ਉਹਨੂੰ ਚੀਜ਼ ਥੱਲੇ ਖਿੱਚੀ ਜਾ ਰਹੀ ਆ। ਇੱਦਾਂ ਹੀ ਸਿਮਿਲਰ ਥਿੰਗ ਹੈਪਨਸ ਇਨ ਕੇਸ ਆਫ ਏ ਪੈਂਡੂਲਮ। ਸੋ ਆਹ ਪੈਂਡੂਲਮ ਆ, ਇਹ ਪੈਂਡੂਲਮ ਜਿਹੜਾ ਹੈਗਾ ਇਹ ਜਦੋਂ ਇੱਧਰ ਨੂੰ ਜਾ ਰਿਹਾ ਹੁੰਦਾ, ਸੋ ਇੱਧਰ ਨੂੰ ਜਾ ਰਿਹਾ ਹੁੰਦਾ, ਇੱਧਰ ਨੂੰ ਜਾ ਰਿਹਾ ਹੁੰਦਾ ਅਤੇ ਐਕਸਟ੍ਰੀਮ ਪੋਜੀਸ਼ਨ ਤੱਕ ਜਦੋਂ ਇਹ ਪਹੁੰਚਦਾ, ਮਤਲਬ ਇੱਥੋਂ ਮੈਕਸੀਮਮ ਇੰਨੀ ਦੂਰ ਜਾ ਰਿਹਾ। ਸੋ ਇੱਥੇ ਤੱਕ ਜਾਂਦੇ ਜਾਂਦੇ ਇਹਦੀ ਜਿਹੜੀ ਉੱਧਰ ਨੂੰ ਆ, ਇਹਦੀ ਜਿਹੜੀ ਯੂ ਕੈਨ ਸੇ ਵੈਲੋਸਿਟੀ ਉੱਧਰ ਨੂੰ ਆ, ਪਰ ਇਹਨੂੰ ਖਿੱਚ ਵਾਪਸ ਪੈ ਰਹੀ ਹੁੰਦੀ, ਇਹਨੇ ਵਾਪਸ ਆਉਣਾ ਹੁੰਦਾ ਇੱਧਰ ਨੂੰ। ਐਕਸਲਰੇਸ਼ਨ ਇਹਦੀ ਬੈਕਵਰਡ ਹੁੰਦੀ ਆ, ਜਦ ਕਿ ਇਹਦੀ ਡਿਸਪਲੇਸਮੈਂਟ ਜਾਂ ਜਿਹੜੀ ਆ ਉਹ ਅੱਗੇ ਨੂੰ ਹੁੰਦੀ ਆ, ਵੈਲੋਸਿਟੀ ਅੱਗੇ ਨੂੰ ਹੁੰਦੀ ਆ, ਬਟ ਇਹਦੀ ਜਿਹੜੀ ਵੈਲੋਸਿਟੀ ਆ ਉਹ ਪਿੱਛੇ ਨੂੰ ਹੁੰਦੀ ਹੈਗੀ ਆ। ਸੋ ਦਿਸ ਇਜ਼ ਹਾਊ ਯੂ ਹੈਵ। So is it possible that velocity of an object is in direction other than direction of acceleration? So velocity ਤੇ ਜਿਹੜੀ acceleration ਆ, ਸੋ ਦੋਨੋਂ ਜਿਹੜੀਆਂ ਉਲਟ ਦਿਸ਼ਾ ਵਿੱਚ ਹੋ ਸਕਦੀਆਂ ਆ। ਜਦੋਂ ਅਸੀਂ ਕਿਸੇ ਚੀਜ਼ ਨੂੰ ਉੱਪਰ ਸੁੱਟਦੇ ਹਾਂ ਤਾਂ ਜਿੰਨੀ ਦੇਰ ਚੀਜ਼ ਉੱਪਰ ਜਾ ਰਹੀ ਹੁੰਦੀ ਆ ਉਹਦੀ velocity upward ਹੁੰਦੀ ਆ, ਬਟ ਉਹਦੀ acceleration downward ਹੁੰਦੀ ਆ। ਸੋ ਇਸ ਤਰ੍ਹਾਂ, ਸੋ yes, when a body is thrown vertically upward, its direction of velocity is upward but direction of acceleration is downward. Is the direction of acceleration same as the direction of velocity? ਸੋ ਕੀ ਐਕਸਲਰੇਸ਼ਨ ਅਤੇ ਵੈਲੋਸਿਟੀ ਦੀ ਡਾਇਰੈਕਸ਼ਨ ਹਮੇਸ਼ਾ ਸੇਮ ਹੁੰਦੀ ਹੋਣੀ? ਆਪਾਂ ਡਿਸਕਸ ਕਰ ਲਿਆ ਕਿ ਜ਼ਰੂਰੀ ਨਹੀਂ ਹੈਗਾ। ਸੋ ਇਸ ਤਰ੍ਹਾਂ ਇਹ ਕੁਐਸਚਨ ਜਿਹੜੇ ਆ ਵਿੱਚੋਂ ਦੀ ਕੱਢੇ ਜਾ ਸਕਦੇ ਆ। ਸੋ ਇਸ ਲਈ ਮੈਂ ਕਹਿ ਰਿਹਾ ਕਿ ਬੁੱਕਸ ਜਿਹੜੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਆ ਅਤੇ ਸੋਚ ਆਪਣੀ ਜਿਹੜੀ ਆ ਉਹਨੂੰ ਵਧਾਉਣਾ ਜ਼ਰੂਰੀ ਆ। What type of xt graph we get when there is uniform motion? ਸੋ ਆਪਾਂ ਅੱਗੇ ਡਿਸਕਸ ਕਰ ਲਿਆ ਕਿ ਸਟ੍ਰੇਟ ਲਾਈਨ ਪੈਰਲਲ ਟੂ ਟਾਈਮ ਐਕਸਿਸ ਹੁੰਦਾ ਵਾ। when will the relative velocity of two moving objects be 0? ਸੋ ਦੋ ਆਬਜੈਕਟ ਆ ਉਹ ਜਾ ਰਹੇ ਹੈਗੇ ਆ, ਮੋਸ਼ਨ 'ਚ ਹੈਗੇ ਆ,
ਤਾਂ ਉਹਨਾਂ ਦੀ ਰੈਲੇਟਿਵ ਵੈਲੋਸਿਟੀ ਜ਼ੀਰੋ ਕਦੋਂ ਹੋਊਗੀ? ਰੈਲੇਟਿਵ ਵੈਲੋਸਿਟੀ ਜ਼ੀਰੋ ਦਾ ਮਤਲਬ ਆ ਕਿ ਦੋਨੋਂ ਸੇਮ ਸਪੀਡ 'ਤੇ ਜਾ ਰਹੇ ਆ। ਜਿੱਦਾਂ ਹੁਣ ਤੁਸੀਂ ਦੋ ਦੋਸਤ ਜਿਹੜੇ ਹੈਗੇ ਆ ਸਕੂਲ ਜਾਓ, ਤਾਂ ਦੋਨੋਂ ਜਾਣੇ ਸਾਈਕਲ 'ਤੇ ਆਪਣੇ ਆਪਣੇ ਸਾਈਕਲ 'ਤੇ ਜਾਓ, ਅਤੇ ਉਸ ਵੇਲੇ ਤੁਸੀਂ ਦੋਨੋਂ ਮੋਸ਼ਨ 'ਚੋਂ, ਤੁਸੀਂ ਘਰੋਂ ਸਕੂਲ ਜਾ ਰਹੇ ਹੋ ਮੋਸ਼ਨ 'ਚੋਂ, ਪਰ ਜੇ ਤੁਸੀਂ ਦੋਨੋਂ ਜਾਣੇ ਬਿਲਕੁਲ ਨਾਲ ਨਾਲ ਚੱਲਦੇ ਪਏ ਹੋ, ਸਾਈਕਲ ਬਿਲਕੁਲ ਇੱਕ ਦੂਜੇ ਦੇ ਨਾਲ ਸੇਮ ਸਪੀਡ 'ਤੇ ਗੱਲਾਂ ਬਾਤਾਂ ਮਾਰਦੇ ਹੋ ਜਾ ਰਹੇ ਹੋ, ਤਾਂ ਉਸ ਵੇਲੇ ਤੁਹਾਡੀ ਰੈਲੇਟਿਵ ਸਪੀਡ ਜਿਹੜੀ ਆ ਉਹ ਜ਼ੀਰੋ ਹੋਊਗੀ। ਆਪਸ ਵਿੱਚ ਤੁਹਾਡੀ ਜਿਹੜੀ ਸਪੀਡ ਆ ਉਹ ਜ਼ੀਰੋ ਹੋ ਜਾਂਦੀ ਆ। ਸੋ ਕੈਨ ਏ ਬੋਡੀ ਹੈਵ ਕੌਨਸਟੈਂਟ ਵੈਲੋਸਿਟੀ ਬਟ ਵੇਰਿੰਗ ਸਪੀਡ? ਜੇ ਤੁਹਾਡੀ ਵੈਲੋਸਿਟੀ ਕੌਨਸਟੈਂਟ ਹੋ ਜਾਵੇ, ਵੈਲੋਸਿਟੀ ਕੌਨਸਟੈਂਟ ਦਾ ਮਤਲਬ ਉਹਦਾ ਮੈਗਨੀਚਿਊਡ ਵੀ ਫਿਕਸ ਹੋ ਗਿਆ ਅਤੇ ਡਾਇਰੈਕਸ਼ਨ ਵੀ ਫਿਕਸ ਹੋ ਗਈ। ਕੌਨਸਟੈਂਟ ਵੈਲੋਸਿਟੀ, ਸੋ ਡਾਇਰੈਕਸ਼ਨ ਵੀ ਫਿਕਸ ਹੋ ਗਈ ਅਤੇ ਉਹਦਾ ਮੈਗਨੀਚਿਊਡ ਵੀ ਫਿਕਸ ਹੋ ਗਿਆ। ਮੈਗਨੀਚਿਊਡ ਐਂਡ ਡਾਇਰੈਕਸ਼ਨ, ਵੈਲੋਸਿਟੀ ਦੇ ਕੋਲ ਦੋ ਗੱਲਾਂ ਹੁੰਦੀਆਂ। ਵੈਲੋਸਿਟੀ ਤਾਂ ਬਣਦੀ ਆ ਜੇ ਦੋਨੋਂ ਗੱਲਾਂ ਦੱਸੋ। ਸੋ ਜੇ ਮੈਗਨੀਚਿਊਡ ਵੀ ਫਿਕਸ ਆ, ਡਾਇਰੈਕਸ਼ਨ ਵੀ ਫਿਕਸ ਆ, ਤਾਂ ਫਿਰ ਸਪੀਡ ਦੀ ਵੈਲਿਊ ਉਹੀ ਹੋਣੀ ਆ ਜੋ ਵੈਲੋਸਿਟੀ ਦਾ ਮੈਗਨੀਚਿਊਡ ਆ, ਫਿਰ ਸੇਮ ਰਹਿਣਾ ਆ, ਫਿਰ ਉਹ 'ਚ ਕੋਈ ਫਰਕ ਨਹੀਂ ਪੈਣਾ। ਸੋ ਇਸ ਕਰਕੇ ਜੇ ਵੈਲੋਸਿਟੀ ਜਿਹੜੀ ਆ ਕੌਨਸਟੈਂਟ ਆ, ਤਾਂ ਫਿਰ ਸਪੀਡ ਨਹੀਂ ਬਦਲ ਸਕਦੀ, ਕਿਉਂਕਿ ਸਪੀਡ ਬਦਲਣ ਦਾ ਮਤਲਬ ਤਾਂ ਇਹ ਹੋ ਗਿਆ ਕਿ ਵੈਲੋਸਿਟੀ ਦਾ ਮੈਗਨੀਚਿਊਡ ਬਦਲਦਾ ਪਿਆ ਆ। ਡਿਫਾਈਨ ਨੋਨ ਯੂਨੀਫਾਰਮ ਮੋਸ਼ਨ। ਸੋ ਨੋਨ ਯੂਨੀਫਾਰਮ ਮੋਸ਼ਨ ਦਾ ਮਤਲਬ ਜਿਹੜੀ ਇੱਕ ਸਮਾਨ ਨਹੀਂ ਹੈਗੀ। ਸੋ ਨੋਨ ਯੂਨੀਫਾਰਮ ਮੋਸ਼ਨ ਤੋਂ ਕੀ ਭਾਵ ਆ? ਸੋ ਨੋਨ ਯੂਨੀਫਾਰਮ, ਅਸਮਾਨ, ਇਹ 9ਵੀਂ ਦੇ ਵਿੱਚ ਪੜ੍ਹੀਆਂ ਹੋਈਆਂ ਗੱਲਾਂ ਸੀ। ਸੋ ਨੋਨ ਯੂਨੀਫਾਰਮ ਜਿਹੜੀ ਆ ਮੋਸ਼ਨ ਕੀ ਹੁੰਦੀ ਹੈ? ਸੋ ਜਦੋਂ ਕੋਈ ਓਬਜੈਕਟ ਜਿਹੜਾ ਹੈਗਾ ਉਹ ਟਾਈਮ ਦੇ ਨਾਲ ਮੋਸ਼ਨ ਤਾਂ ਕਰਦਾ ਪਿਆ, ਉਹਦੀ ਪੋਜੀਸ਼ਨ ਤਾਂ ਬਦਲਦੀ ਪਈ ਆ, ਪਰ ਹਰ ਸੇਮ ਟਾਈਮ ਇੰਟਰਵਲ ਵਿੱਚ ਉਹਦੀ ਜਿਹੜੀ ਪੋਜੀਸ਼ਨ ਬਦਲਣ ਦੀ ਦਰ ਆ ਉਹ ਵੱਖਰੀ ਵੱਖਰੀ ਆ। ਉਸ ਵੇਲੇ ਅਸੀਂ ਉਹਨੂੰ ਕਹਿੰਦੇ ਨੋਨ ਯੂਨੀਫਾਰਮ। ਸੋ ਵੈਨ ਵੈਲੋਸਿਟੀ ਆਫ ਐਨ ਓਬਜੈਕਟ ਵੇਰੀਜ਼ ਵਿਦ ਟਾਈਮ, ਜਦੋਂ ਉਹਦੀ ਵੈਲੋਸਿਟੀ ਜਿਹੜੀ ਹੈ ਸਮੇਂ ਦੇ ਨਾਲ ਬਦਲੀ ਜਾਂਦੀ ਆ, ਕਦੀ ਹੌਲੀ ਚੱਲਦਾ ਕਦੀ ਤੇਜ਼ ਚੱਲਦਾ, ਦੈਨ ਵੀ ਸੇ ਮੋਸ਼ਨ ਇਜ਼ ਨੋਨ ਯੂਨੀਫਾਰਮ। ਕੈਨ ਸਪੀਡ ਵੀ ਲੈਸ ਦੈਨ ਵੈਲੋਸਿਟੀ? ਸਪੀਡ ਜਿਹੜੀ ਆ ਉਹ ਵੈਲੋਸਿਟੀ ਤੋਂ ਘੱਟ ਹੋ ਸਕਦੀ ਆ। ਸੋ ਸਪੀਡ ਜਿਹੜੀ ਹੈਗੀ ਆ ਉਹ ਕਦੇ ਵੀ ਵੈਲੋਸਿਟੀ ਤੋਂ ਘੱਟ ਨਹੀਂ ਹੋ ਸਕਦੀ, ਗ੍ਰੇਟਰ ਦੈਨ ਇਕੁਅਲ ਟੂ ਵੈਲੋਸਿਟੀ ਹੋ ਸਕਦੀ ਆ। ਠੀਕ ਆ। So when velocity is constant, no, this is not possible. When velocity is constant, does the average velocity over the time interval differ from the instantaneous velocity? No, when velocity is constant, then instantaneous velocity is same as average velocity. So average velocity, instantaneous velocity same ਹੋਣਗੀਆਂ ਜੇ velocity constant ਹੋਗੀ। ਜੇ velocity constant ਹੋ ਗਈ, ਸਥਿਰ ਹੋ ਗਈ, ਉਹ ਬਦਲਦੀ ਹੋਈ ਨਹੀਂ ਪਈ, ਤਾਂ ਫਿਰ ਐਵਰੇਜ ਵੀ ਓਨੀ ਰਹਿਣੀ ਆ ਉਸ ਟਾਈਮ ਇੰਟਰਵਲ 'ਚ, ਅਤੇ ਇੰਸਟੈਂਟੇਨੀਅਸ ਵੀ ਓਨੀ ਰਹਿਣੀ ਆ। ਸੋ ਉਹਨੂੰ ਕੋਈ ਫਰਕ ਨਹੀਂ ਪੈਣਾ। ਵਾਟ ਡਜ਼ ਸਪੀਡੋਮੀਟਰ ਆਫ ਏ ਕਾਰ ਮੇਜਰ? ਸਪੀਡੋਮੀਟਰ ਕੀ ਨਾਪਦਾ ਹੈਗਾ? ਸਪੀਡੋਮੀਟਰ ਜਿਹੜਾ ਹੈਗਾ ਇੰਸਟੈਂਟੇਨੀਅਸ ਸਪੀਡ ਨਾਪਦਾ ਹੈਗਾ। Is instantaneous speed and instantaneous velocity always equal in magnitude? So instantaneous speed ਅਤੇ instantaneous velocity, ਕਿਉਂਕਿ ਡੈਲਟਾ ਟੀ ਟੈਂਡਸ ਟੂ ਜ਼ੀਰੋ ਦੇ ਲਈ ਹੁੰਦਾ ਵਾ ਜਦੋਂ ਟਾਈਮ ਜ਼ੀਰੋ ਦੇ ਲਗਭਗ ਹੋ ਜੇ, ਇਸ ਕਰਕੇ instantaneous speed ਅਤੇ instantaneous velocity ਬਰਾਬਰ ਹੁੰਦੀਆਂ ਹਨ। ਸੋ ਐਕਸਲਰੇਸ਼ਨ ਦੀ ਡੈਫੀਨੇਸ਼ਨ ਪੁੱਛੀ ਜਾ ਸਕਦੀ ਹੈ। ਐਕਸਲਰੇਸ਼ਨ ਦੀ ਡੈਫੀਨੇਸ਼ਨ ਦਿਓ, ਪਰਿਭਾਸ਼ਿਤ ਕਰੋ। ਰੇਟ ਆਫ ਚੇਂਜ ਆਫ ਵੈਲੋਸਿਟੀ ਆਫ ਐਨ ਆਬਜੈਕਟ ਇਜ਼ ਕਾਲਡ ਐਕਸਲਰੇਸ਼ਨ ਆਫ ਦਾ ਆਬਜੈਕਟ। object, can object be accelerated without speeding up or slowing down? ਉਹਦੀ ਨਾ ਤਾਂ ਆਪਾਂ ਸਪੀਡ ਘਟਾਈ ਨਾ ਸਪੀਡ ਵਧਾਈ, ਐਕਸਲਰੇਸ਼ਨ ਨੂੰ ਆਪਾਂ ਇੱਦਾਂ ਹੀ ਕਹਿੰਦੇ ਨਾ ਕਿ ਸਪੀਡ ਵਧਾ ਦਿਓ ਸਪੀਡ ਘਟਾ ਦਿਓ ਤਾਂ ਐਕਸਲਰੇਸ਼ਨ ਹੋ ਰਿਹਾ ਹੈਗਾ। ਅਸੀਂ ਉਹਦਾ ਨਾ ਤਾਂ ਸਪੀਡ ਘਟਾਈ ਨਾ ਵਧਾਈ, ਉਹਦੀ ਵੈਲੋਸਿਟੀ ਜਿਹੜੀ ਸਪੀਡ ਆ ਮੈਗਨੀਚਿਊਡ ਆ ਉਹਨੂੰ ਨਾ ਤਾਂ ਵਧਾਇਆ ਨਾ ਘਟਾਇਆ, ਮੈਗਨੀਚਿਊਡ ਵਿੱਚ ਕੋਈ ਫਰਕ ਨਹੀਂ ਪਾਇਆ ਵੈਲੋਸਿਟੀ ਦੇ, ਪਰ ਡਾਇਰੈਕਸ਼ਨ ਤਾਂ ਚੇਂਜ ਕਰ ਸਕਦੇ ਹਾਂ। ਜਿੱਦਾਂ ਹੁਣ ਸਰਕਲ ਆ, ਸਰਕਲ 'ਚ ਮੰਨ ਲਓ ਤੁਸੀਂ 30 ਮੀਟਰ ਪਰ ਸੈਕਿੰਡ ਦੀ ਤੁਸੀਂ ਫਿਕਸ ਕਰ ਲਓ ਆਪਣੀ ਸਪੀਡ, ਅਤੇ ਤੁਸੀਂ ਆਪਣੇ ਬਾਈਕ ਨੂੰ ਇੱਦਾਂ ਘੁਮਾਈ ਜਾਓ, ਇੱਦਾਂ ਘੁਮਾਈ ਜਾਓ ਇੰਨੀ ਸਪੀਡ 'ਤੇ, ਕੋਈ ਚੇਂਜ ਨਾ ਕਰੋ ਉਹਦੇ ਵਿੱਚ, ਬਸ ਉਹਦੀ ਸੂਈ ਜਿਹੜੀ ਆ ਉਹ ਇੱਥੇ ਖੜ੍ਹ ਗਈ 30 ਅਤੇ ਇੱਦਾਂ ਘੁੰਮ ਰਹੇ ਆ, ਪਰ ਤੁਹਾਡੀ ਇੱਥੇ ਡਾਇਰੈਕਸ਼ਨ ਵੱਖਰੀ ਹੈ, ਇੱਥੇ ਡਾਇਰੈਕਸ਼ਨ ਵੱਖਰੀ ਹੈ ਇੱਥੇ। ਇਹਦਾ ਮਤਲਬ ਬਿਕੋਜ਼ ਆਫ ਚੇਂਜ ਇਨ ਡਾਇਰੈਕਸ਼ਨ ਵੈਲੋਸਿਟੀ ਇਜ਼ ਚੇਂਜਿੰਗ। ਇਹ ਵਾਲੀ ਵੈਲੋਸਿਟੀ ਵੱਖਰੀਆਂ ਵੱਖਰੀਆਂ ਆ। ਮੈਗਨੀਚਿਊਡ ਇਹਨਾਂ ਦੇ ਬਰਾਬਰ ਆ, V1 V2 V3 ਇਹਨਾਂ ਦੇ ਮੈਗਨੀਚਿਊਡ ਬਰਾਬਰ ਆ, ਪਰ ਇਹਨਾਂ ਦੇ ਜਿਹੜੇ ਵੈਲੋਸਿਟੀ ਨੂੰ ਜੇ ਪ੍ਰੋਪਰ ਵੈਲੋਸਿਟੀ ਕਹਿਣਾ ਵਿਦ ਡਾਇਰੈਕਸ਼ਨ ਦੈਨ ਦੇ ਆਰ ਡਿਫਰੈਂਟ। ਸੋ ਜੇ ਵੈਕਟਰ ਲੈਣਾ ਆ V1 V2 V3 ਵੈਕਟਰਸ, ਸੋ ਦੇ ਆਰ ਡਿਫਰੈਂਟ ਬਟ ਮੈਗਨੀਚਿਊਡਸ ਆਰ ਸੇਮ। ਸੋ ਇਸ ਤਰ੍ਹਾਂ ਜਿਹੜੀ ਆ ਮੈਗਨੀਚਿਊਡ ਜੇ ਵੈਲੋਸਿਟੀ ਦਾ ਸੇਮ ਆ
ਤਾਂ ਵੀ ਜਿਹੜੀ ਵੈਲੋਸਿਟੀ ਹੈਗੀ ਆ ਉਹ ਵੱਖਰੀ ਹੋ ਸਕਦੀ ਆ ਡਿਊ ਟੂ ਚੇਂਜ ਇਨ ਡਾਇਰੈਕਸ਼ਨ। ਸੋ ਡਾਇਰੈਕਸ਼ਨ ਦੇ ਬਦਲਣ ਕਰਕੇ ਜਿਹੜੀ ਆ ਵੈਲੋਸਿਟੀ ਬਹੁਤ ਇੰਪੋਰਟੈਂਟ ਕੁਐਸਚਨ ਆ, ਅਕਸਰ ਅਸੀਂ ਭੁਲੇਖਾ ਖਾਂਦੇ ਹਾਂ। ਸੋ ਵੈਲੋਸਿਟੀ ਇੱਕ ਵੈਕਟਰ ਕੁਆਂਟੀ ਆ ਜਿਹਦੇ ਕੋਲ ਮੈਗਨੀਚਿਊਡ ਪਲੱਸ ਡਾਇਰੈਕਸ਼ਨ ਦੋ ਚੀਜ਼ਾਂ ਮਿਲ ਗਈਆਂ ਤਾਂ ਵੈਲੋਸਿਟੀ ਬਣਦੀ ਆ। ਇਹਦਾ ਮਤਲਬ ਦੋਨਾਂ 'ਚੋਂ ਇੱਕ ਵੀ ਬਦਲ ਗਈ ਤਾਂ ਵੈਲੋਸਿਟੀ ਨੇ ਬਦਲ ਜਾਣਾ ਆ। ਮੈਗਨੀਚਿਊਡ ਨਾ ਬਦਲੇ ਪਰ ਡਾਇਰੈਕਸ਼ਨ ਬਦਲ ਗਈ ਤਾਂ ਵੈਲੋਸਿਟੀ ਬਦਲ ਗਈ। ਸੋ ਦੇਅਰਫੋਰ ਇਹ ਬਹੁਤ ਇੰਪੋਰਟੈਂਟ ਗੱਲ ਆ, ਇਹਨੂੰ ਯਾਦ ਰੱਖਣਾ ਆ। ਸੋ ਮੰਨ ਲਓ ਜਿੱਦਾਂ ਹੁਣ ਆਪਣੇ ਕੋਲ ਕੁਐਸਚਨ ਹੋ ਸਕਦਾ ਕਿ ਵੀ ਕੋਈ ਕਾਰ ਆ, ਉਹਦੀਆਂ ਬ੍ਰੇਕਸ ਇੰਨੀਆਂ ਵਧੀਆ ਹੈਗੀਆਂ ਕਿ ਇੰਸਟੈਂਟਲੀ ਉਹ ਕਾਰ ਰੁਕ ਜਾਂਦੀ ਆ ਬ੍ਰੇਕ ਲਾਉਂਦੇ ਸਾਰੀ। ਸੋ ਇਹ ਪੋਸੀਬਲ ਨਹੀਂ ਹੈਗਾ ਕਦੇ ਵੀ ਕਿਸੇ ਵੀ ਵਹੀਕਲ ਦੀ ਬ੍ਰੇਕ ਲਾਓ ਅਤੇ 0 ਟਾਈਮ 'ਚ ਹੀ ਰੁਕ ਜਾਵੇ। ਸੋ ਟਾਈਮ ਇਕੁਅਲ ਟੂ 0, ਸੋ ਟਾਈਮ ਇਕੁਅਲ ਟੂ 0 ਹੋ ਜੇ ਅਤੇ ਵੈਲੋਸਿਟੀ ਜਿਹੜੀ ਸੀਗੀ ਪਹਿਲਾਂ ਤੁਹਾਡੀ ਵੈਲੋਸਿਟੀ ਮੰਨ ਲਓ 60 ਕਿਲੋਮੀਟਰ ਪ੍ਰਤੀ ਘੰਟਾ ਹੈਗੀ ਕਾਰ ਦੀ, ਸਕੂਟਰ ਦੀ ਜਾਂ ਕਿਸੇ ਚੀਜ਼ ਦੀ, ਅਤੇ 0 ਟਾਈਮ ਆ ਤੁਸੀਂ ਬ੍ਰੇਕ ਲਾਈ, ਬ੍ਰੇਕ ਲਾਉਣ ਨੂੰ ਹੀ ਪਹਿਲਾਂ ਤਾਂ ਤੁਹਾਨੂੰ ਟਾਈਮ ਲੱਗਦਾ ਵਾ। ਤੁਸੀਂ ਸੋਚ ਕੇ ਦੇਖ ਲਓ, ਇਹ ਤਾਂ ਹੈ ਨਹੀਂ ਕਿ ਤੁਸੀਂ ਪੂਰਾ ਜ਼ੋਰ ਲਾ ਕੇ ਮੰਨ ਲਓ ਉਹਨੂੰ ਨੱਪ ਵੀ ਦਿੱਤਾ ਤਾਂ ਵੀ ਤੁਹਾਡਾ ਜਿਹੜਾ ਸਕਿੱਡ ਹੁੰਦਾ ਵਾ, ਫਿਸਲਦਾ ਹੋਇਆ ਜਿਹੜਾ ਵਹੀਕਲ ਆ ਉਹ ਗਾਂਹ ਤੱਕ ਜਾਂਦਾ ਵਾ, ਬ੍ਰੇਕ ਲੱਗਣ ਤੋਂ ਬਾਅਦ ਵੀ ਉਹ ਘਿਸੜਦਾ ਹੋਇਆ ਅੱਗੇ ਤੱਕ ਜਾਂਦਾ ਹੈਗਾ। ਇਹਦਾ ਮਤਲਬ 0 ਟਾਈਮ ਦੇ ਵਿੱਚ ਬੋਡੀ ਨਹੀਂ ਰੁਕ ਸਕਦੀ ਕਦੇ ਵੀ। ਬ੍ਰੇਕ ਮੰਨ ਲਓ ਉਹਦੇ ਚੱਕੇ ਜਾਮ ਵੀ ਹੋ ਗਏ ਤਾਂ ਜਾਮ ਹੋਏ ਹੋਏ ਵੀ ਘਿਸੜਦੇ ਗਾਂਹ ਨੂੰ ਜਾਣਗੇ। ਸੋ ਇਹਦਾ ਮਤਲਬ ਹੈ ਕਿ 0 ਟਾਈਮ ਦੇ ਵਿੱਚ ਕਦੇ ਵੀ ਉਹ ਚੀਜ਼ ਨਹੀਂ ਰੁਕ ਸਕਦੀ। ਸੋ ਜੇ ਇਹੋ ਜਿਹੀ ਕੋਈ ਕੁਐਸਚਨ ਆ ਜਾਂਦਾ ਸੋ ਧਿਆਨ ਰੱਖਣਾ ਕਿ 0 ਟਾਈਮ ਦੇ ਵਿੱਚ ਚੀਜ਼ ਨਹੀਂ ਰੁਕ ਸਕਦੀ। ਸੋ ਇਸ ਤਰ੍ਹਾਂ ਆਪਣੇ ਕੋਲ ਹੋਰ ਜਿਹੜੇ ਕੁਐਸਚਨਸ ਹੈਗੇ ਆ ਉਹ ਹੋ ਸਕਦੇ ਆ। ਸੋ ਇਹ ਹੁਣ ਕਾਫੀ ਸਾਰੇ ਕੁਐਸਚਨ ਤਾਂ ਤੁਹਾਨੂੰ ਪੜ੍ਹ ਕੇ ਹੀ ਸਮਝ ਲੱਗਣਗੇ ਜਦੋਂ ਤੁਸੀਂ ਖੁਦ ਪੜ੍ਹੋਗੇ ਵੀ ਕੀ ਕੁਐਸਚਨ ਜਿਹੜੇ ਹੈਗੇ ਆ ਪੁੱਛੇ ਜਾ ਸਕਦੇ ਆ। ਫਿਰ ਵੱਡੇ ਕੁਐਸਚਨਸ ਦੇ ਵਿੱਚ ਤੁਹਾਡੇ ਕੋਲ ਡਿਸਟੈਂਸ ਡਿਸਪਲੇਸਮੈਂਟ 'ਚ ਕੀ ਫਰਕ ਆ, ਯੂਨੀਫਾਰਮ ਵੈਲੋਸਿਟੀ, ਵੇਰੀਏਬਲ ਵੈਲੋਸਿਟੀ, ਇੰਸਟੈਂਟੇਨੀਅਸ ਵੈਲੋਸਿਟੀ, ਸਪੀਡ ਵੈਲੋਸਿਟੀ 'ਚ ਕੀ ਫਰਕ ਆ, ਇਹਨਾਂ ਦੀ ਡੈਫੀਨੇਸ਼ਨਸ ਕੀ ਹੈਗੀਆਂ ਆ, ਇਹਨਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੁੰਦਾ। ਸੋ ਫਿਰ ਗ੍ਰਾਫ ਦੇ ਬੇਸ ਕੁਐਸਚਨ ਪੁੱਛੇ ਜਾ ਸਕਦੇ ਹੁੰਦੇ ਆ। ਸੋ ਇਹ ਤੁਹਾਡੀ ਆਪਣੀ ਪ੍ਰੈਕਟਿਸ ਆ, ਜੇ ਤੁਸੀਂ ਕਰੋਗੇ ਫਿਰ ਤੁਹਾਨੂੰ ਨਹੀਂ ਸਮਝ ਲੱਗੂਗਾ ਦੈਨ ਆਸਕ ਵੀ ਅਸੀਂ ਆਹ ਕੁਐਸਚਨ ਪੜ੍ਹਿਆ ਸਾਨੂੰ ਸਮਝ ਨਹੀਂ ਲੱਗਾ ਤਾਂ ਇਹਨੂੰ ਸਮਝਾਇਆ ਜਾਵੇ ਤਾਂ ਫਿਰ ਉਹ ਜ਼ਿਆਦਾ ਵਧੀਆ ਹੁੰਦਾ। ਅਸੀਂ ਬਹੁਤ ਜ਼ਿਆਦਾ ਕੁਐਸਚਨ ਜਿਹੜੇ ਇੱਕੋ ਹੀ ਚੈਪਟਰ 'ਚੋਂ ਕਈ ਕੁਐਸਚਨ ਬਣਦੇ ਆ, ਇਹ ਤੁਹਾਡੀ ਆਪਣੀ ਐਬਿਲਿਟੀ ਹੈ ਕਿ ਤੁਸੀਂ ਉਹਨਾਂ ਨੂੰ ਕਿੰਨਾ ਡੀਲ ਕਰਦੇ ਹੋ, ਕਿੰਨਾ ਕੁ ਜ਼ਿਆਦਾ ਪੜ੍ਹਦੇ ਹੋ। ਸੋ ਮੇਰੀ ਇਹੀ ਤੁਹਾਨੂੰ ਸਲਾਹ ਆ ਕਿ ਮੈਕਸੀਮਮ ਪੜ੍ਹੋ, ਵੱਖਰੀਆਂ ਕਿਤਾਬਾਂ, ਸ਼ੋਰਟ ਕੁਐਸਚਨ ਆਨਸਰ, ਮਲਟੀਪਲ ਚੋਇਸ ਕੁਐਸਚਨ ਜਦੋਂ ਪੜ੍ਹੋਗੇ ਤੁਹਾਡੇ ਫਿਰ ਕਨਸੈਪਟ ਜਿਹੜੇ ਆ ਉਹ ਕਲੀਅਰ ਹੁੰਦੇ ਆ। ਅਤੇ ਉਹ ਟੀਚਰਸ ਨਾਲ ਡਿਸਕਸ ਕਰੋ ਵੀ ਸਾਨੂੰ ਸਮਝ ਨਹੀਂ ਲੱਗਦਾ ਅਤੇ ਉਹ ਤਾਂ ਹੀ ਆਪਾਂ ਜਿਹੜਾ ਆਪਸ ਵਿੱਚ ਸਟੂਡੈਂਟਸ ਇੱਕ ਦੂਜੇ ਨਾਲ ਡਿਸਕਸ ਕਰੋ। ਹੋ ਸਕਦਾ ਇੱਕ ਜਾਣੇ ਨੇ ਇੱਕ ਕਿਤਾਬ ਪੜ੍ਹੀ ਹੋਵੇ, ਦੂਜੇ ਨੇ ਦੂਜੀ ਪੜ੍ਹੀ ਹੋਵੇ ਅਤੇ ਉਹਦੇ ਕੁਐਸਚਨ ਅਲੱਗ ਹੋਣ, ਉਹਦੇ ਅਲੱਗ ਹੋਣ। ਸੋ ਦੇਅਰ ਕੈਨ ਬੀ ਵੇਰੀਅਸ ਟਾਈਪਸ ਆਫ ਕੁਐਸਚਨਸ। ਸੋ ਵੱਖਰੇ ਕੁਐਸਚਨ ਜਿਹੜੇ ਆ ਉਹ ਹੋ ਸਕਦੇ ਆ। ਸੋ ਇਹ ਚੀਜ਼ ਜਿਹੜੀ ਹੈਗੀ ਆ ਤਾਂ ਤੁਸੀਂ ਧਿਆਨ ਦਿਓ, ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਦੀ, ਕਿਤਾਬਾਂ ਪੜ੍ਹੋ, ਬੁੱਕਸ ਪੜ੍ਹੋ ਸਭ ਤੋਂ ਜ਼ਿਆਦਾ, ਹਰ ਵੇਲੇ ਪੜ੍ਹਦੇ ਰਹੋ। ਜੇ ਤੁਸੀਂ ਜਦੋਂ ਸਾਇੰਸ ਥੱਕ ਗਏ ਉਦੋਂ ਇੰਗਲਿਸ਼ ਲਿਟਰੇਚਰ ਪੜ੍ਹ ਲਓ, ਹਿੰਦੀ ਪੰਜਾਬੀ ਪੜ੍ਹ ਲਓ ਤਾਂ ਕਿ ਤੁਹਾਡੇ ਜਿਹੜੇ ਸ਼ਬਦਾਂ ਦੇ ਵਿੱਚ ਵੀ ਵਾਧਾ ਹੋਵੇ, ਸ਼ਬਦ ਗਿਆਨ ਵੀ ਤੁਹਾਨੂੰ ਹੋਵੇ, ਅੱਖਰ ਵੀ ਤੁਹਾਡੇ ਵਧਣ, ਵੋਕੈਬਲਰੀ ਵਧੇ। ਆਪਣੀ ਇੰਗਲਿਸ਼ ਜਿਹੜੀ ਆ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰੋ, ਪੈਰਾਗ੍ਰਾਫਸ ਲੈ ਲਓ, ਉਹਨੂੰ ਟਰਾਂਸਲੇਟ ਕਰੋ, ਡਿਕਸ਼ਨਰੀਜ਼ ਅਵੇਲੇਬਲ ਆ, ਕੰਪਿਊਟਰ ਦੀ ਸਹਾਇਤਾ ਟਰਾਂਸਲੇਟ ਕਰਕੇ ਦੇਖ ਲਓ ਵੀ ਅਸੀਂ ਇੱਦਾਂ ਟਰਾਂਸਲੇਟ ਕੀਤਾ ਅਤੇ ਕਿਸ ਢੰਗ ਨਾਲ ਹੋਊਗਾ, ਟੀਚਰ ਨੂੰ ਦੱਸ ਦਿਓ। ਸੋ ਇਸ ਤਰ੍ਹਾਂ ਪੜ੍ਹਦੇ ਰਹੋ, ਸਾਰਾ ਦਿਨ ਪੜ੍ਹਦੇ ਰਹੋ, ਕੁਛ ਨਾ ਕੁਛ ਪੜ੍ਹਦੇ ਰਹੋ। ਆਪਣਾ ਟਾਈਮ ਮੋਬਾਈਲ 'ਤੇ, ਫੇਸਬੁੱਕ 'ਤੇ ਹੋਰ ਚੀਜ਼ਾਂ ਤੋਂ ਹਟਾ ਕੇ ਪੜ੍ਹਾਈ ਵੱਲ ਜ਼ਿਆਦਾ ਦਿਓ, ਉਹਦੇ ਨਾਲ ਹੀ ਆਪਣਾ ਗਿਆਨ 'ਚ ਵਾਧਾ ਹੁੰਦਾ ਆ। ਸੋ ਜਿਹੜੇ ਲੋਕ ਟੌਪ ਕਰਦੇ ਆ ਜਾਂ ਕੰਪੀਟੀਸ਼ਨਸ ਵਿੱਚ ਰਾਈਜ਼ ਕਰਦੇ ਆ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿੰਦੇ ਆ, ਤਾਂ ਹੀ ਟੌਪ ਕਰਦੇ ਆ। ਖੇਡੋ ਖੂਡੋ, ਸਿਹਤ ਵੀ ਬਣਾ ਕੇ ਰੱਖੋ ਅਤੇ ਜਿਹੜਾ ਟਾਈਮ ਆ ਬਾਕੀ ਪੜ੍ਹਾਈ 'ਤੇ ਲਗਾਓ, ਕਿਸੇ ਨਾ ਕਿਸੇ ਢੰਗ ਦੀ ਪੜ੍ਹਾਈ ਜ਼ਰੂਰ ਕਰਦੇ ਰਹਿਣਾ ਚਾਹੀਦਾ। ਥੈਂਕ ਯੂ।